सतनाम करता पुरख निरभਉ निर्वैर अकाल मूरत अजूनी सैभं गुर प्रसाद। कोट पराग हमारे खंडो अनक विधि समझावो। हम अज्ञान अलप मत थोड़ी तुम आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। धन धन श्री गुरु ग्रंथ ਸਾਹਿਬ महाराज जिन्हां दी अपार बख्शिश होई है। सानू सतगुरां ने फिर सुभाग समय बख्शे हैं। रोजाना की तरह आप सतगुर रहमत करन ये सत संगत की घड़ियां बख्शियां हैं। ये सतगुरु की तरस है साढ़े ते, ये मेरामत है जो सतगुर त्रुट के आप रब रूपी संगतां दे दर्शन कराउंदे हैं। सो आओ अज धन धन बाबा दीप सिंह जी शहीद जिन्हां दा जन्म दिहाड़ा है। गुरु महाराज बख्शिश करन सारियां संगतां नूं लख लख वधाइयां होण। आप ही बाबा जी कृपा करन। रसना ते बैठ के ज्यों बुलावें त्यों बोले स्वामी। कुदरत कवन हमारी साध संग नानक जस गायो। जो प्रभ की अत प्यारी। सो गुरु महाराज आप ही कृपा करन। ऐसे सूरवीर जोधे जपी तपी अपार बख्शिश धन गुरु गोबिंद सिंह महाराज दी धन धन बाबा दीप सिंह जी ते। सो आओ समय मुताबक इतिहास ते बहुत लंबा है पर कोशिश होवेगी जितना जिथों तक कड़ी चलेगी गुरु महाराज सेवा लैणगे। बाकी कल दे भी दीवान हैं उत्थे फिर बाकी जो रहंदी विचार है असी उहदी संपूर्णता करांगे। ये दोनों दिन धन धन बाबा दीप सिंह जी दे इस आगमन पुरब दे विच असी उन्हां दे जीवन विचों कुछ घटनावां कुछ उन्हां दे जीवन दा किस तरह जीवन गुरु महाराज ने इन्हां ते किस तरह बख्शिशां कीतियां हन। सो आओ सब तो पहला अपने मनोबिरती नूं एकागर करिए। प्यार नाल आखो सतनाम श्री वाहिगुरु। धन धन बाबा दीप सिंह महाराज जी का जन्म 26 जनवरी सन 1682 जिला अमृतसर पहुविंड उस पिंड विच होया। माता का नाम माता जिवणी पिता भगता दे घर विच इन्हां दा आगमन होया। बचपन विच इन्हां दा नाम दीपा करके कहंदे सन और हर एक माता दी इच्छा हुंदी है कि अपने बच्चे नूं हर एक चीज़ वो दे जिहदे विच सोहणे कपड़े पाए जान सुंदर खाण वास्ते दिता जावे और सब तो वड्डी गल जिहड़ी माँ अध्यात्मक होंदी है
ਉਹ ਚਾਹੁੰਦੀ ਹੈ ਇਸ ਦਾ ਸੰਗ ਵੀ ਅੱਛਾ ਹੋਵੇ। ਉਹ ਸਤ ਸੰਗੀਆਂ ਨਾਲ ਸਦਾ ਜੁੜੇ ਰਵੇ। ਤਾਂ ਹੀ ਪਾਤਸ਼ਾਹ ਨੇ ਕਿਹਾ ਹੈ ਨਾ, ਪੂਤਾ ਮਾਤਾ ਕੀ ਆਸੀਸ। ਇੱਥੇ ਪੂਤਾ ਤੇ ਰੁਕਣਾ ਹੈ। ਪੂਤਾ ਇੱਕ ਮਾਂ ਕਹਿ ਰਹੀ ਹੈ, ਪੁੱਤਰ ਮਾਤਾ ਕੀ ਆਸੀਸ, ਇਹ ਮਾਤਾ ਦੀ ਅਸੀਸ ਹੈ। ਕਿਹੜੀ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਹੇ ਮਾਤਾ ਆਪਣੇ ਪੁੱਤਰ ਨੂੰ ਕੀ ਆਸੀਸ ਦੇ ਰਹੀ ਹੈ? ਆਮ ਤੌਰ ਤੇ ਬੰਦਾ ਕਹਿੰਦਾ ਜੀ ਵੱਡੀ ਉਮਰ ਹੋਵੇ, ਸੁਖ ਆਰਾਮ ਸਾਰੀ ਉਮਰ ਮਿਲਣ, ਪਰ ਇੱਕ ਨਾਮ ਜਪਣ ਵਾਲੀ ਅਧਿਆਤਮਕ ਮਾਂ ਕੀ ਕਹਿੰਦੀ ਹੈ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਹੇ ਪਰਮਾਤਮਾ ਨੂੰ ਸਦਾ ਤੂੰ ਸਿਮਰਦਾ ਰਹਿ। ਇੱਕ ਅੱਖ ਦੇ ਚਮਕਣ ਜਿੰਨਾ ਵੀ ਸਮਾਂ ਤੇਰੇ ਤੋਂ ਰੱਬ ਨਾ ਵਿਸਰੈ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਉਹ ਪ੍ਰਭੂ ਪਰਮਾਤਮਾ ਤੇਰੇ ਤੋਂ ਨਾ ਵਿਸਰੈ ਤੇ ਸਦਾ ਹੀ ਉਸ ਪਰਮਾਤਮਾ ਨੂੰ ਤੂੰ ਸਿਮਰਦਾ ਰਹਿ। ਇਤਿਹਾਸ ਵਿੱਚ ਆਇਆ ਹੈ, ਜਦੋਂ ਦੀਪਾ ਜੀ ਬਾਬਾ ਦੀਪ ਸਿੰਘ ਜੋ ਬਾਅਦ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਜਾਣ ਤੋਂ ਬਾਅਦ ਗੁਰੂ ਸਾਹਿਬ ਕੋਲੋਂ ਜਦ ਅੰਮ੍ਰਿਤ ਪਾਨ ਕੀਤਾ, ਫਿਰ ਇਹਨਾਂ ਦਾ ਨਾਮ ਬਾਬਾ ਦੀਪ ਸਿੰਘ ਪਿਆ। ਸੋ ਕਰੀਬ 18 ਸਾਲ ਦੀ ਉਮਰ ਸੀ। ਜ਼ਿਲ੍ਹਾ ਪੋਵਿੰਡ ਤੋਂ ਅੰਮ੍ਰਿਤਸਰ ਤੋਂ ਚੱਲ ਕੇ ਇਹ ਮਾਤਾ ਪਿਤਾ ਆਪਣੇ ਪੁੱਤਰ ਨੂੰ ਲੈ ਕੇ ਦੀਪਾ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਧਰਤੀ, ਜਿੱਥੇ ਮਹਾਰਾਜ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਉਸ ਅਸਥਾਨ ਤੇ ਇਹ ਤਿੰਨੋਂ ਪਰਿਵਾਰ ਦੇ ਜੀ ਗਏ ਔਰ ਉਸ ਸਥਾਨ ਤੇ ਬੈਠ ਕੇ ਉਹਨਾਂ ਨੇ ਸੰਗਤ ਵੀ ਕੀਤੀ, ਨਾਮ ਵੀ ਜਪਦੇ ਰਹੇ। 3-4 ਦਿਨ ਕਾਫੀ ਆਨੰਦ ਮਾਣਿਆ। ਜਦੋਂ ਜਾਣ ਲੱਗੇ, ਪਿਤਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਗਿਆ ਮੰਗੀ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੋ, ਸਾਨੂੰ ਇਜਾਜ਼ਤ ਬਖਸ਼ੋ, ਅਸੀਂ ਆਪਣੇ ਘਰਾਂ ਨੂੰ ਜਾਣਾ ਹੈ। ਉਸ ਵੇਲੇ ਬਾਬਾ ਦੀਪਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪਕੜ ਲਏ, ਕਹਿਣ ਲੱਗੇ ਮੈਨੂੰ ਤੇ ਇੱਥੇ ਰਹਿਣ ਦਿਓ ਕੁਝ ਚਿਰ। ਤੇ ਬਾਬਾ ਜੀ ਨੇ ਫਿਰ ਪ੍ਰਵਾਨਗੀ ਦੇ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਮਹਾਰਾਜ ਨੂੰ ਪਤਾ ਸੀ ਇਹਨਾਂ ਕੋਲ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਲੈਣੀਆਂ ਨੇ। ਮਾਤਾ ਪਿਤਾ ਆਗਿਆ ਲੈ ਕੇ ਉੱਥੋਂ ਟੁਰ ਪਏ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਬਾਬਾ ਜੀ ਦੀਪਾ ਜੀ ਰਹਿਣ ਲੱਗ ਪਏ। ਬਹੁਤ ਹੱਥੀਂ ਸੇਵਾ ਕਰਦੇ ਰਹੇ। ਮਹਾਰਾਜ ਜੀ ਕੋਲੋਂ ਇਹਨਾਂ ਨੇ ਫਾਰਸੀ ਸਿੱਖੀ, ਗੁਰਮੁਖੀ ਵੀ ਸਿੱਖੀ, ਇਤਿਹਾਸ ਵਿੱਚ ਆਇਆ ਹੈ, ਸੰਸਕ੍ਰਿਤ ਵੀ ਸਿੱਖੀ, ਕਈ ਭਾਸ਼ਾਵਾਂ ਸਿੱਖੀਆਂ। ਸ਼ਸਤਰ ਵਿਦਿਆ ਵੀ ਮਹਾਰਾਜ ਕੋਲੋਂ ਸਿੱਖੀ। ਇੱਥੋਂ ਤੱਕ ਅੰਮ੍ਰਿਤ ਪਾਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਕੀਤਾ ਗਿਆ, ਜਿਨ੍ਹਾਂ ਦਾ ਨਾਮ ਦੀਪ ਸਿੰਘ ਕਰਕੇ ਰੱਖਿਆ ਗਿਆ। ਨੇਜਾ ਚਲਾਣਾ, ਭਾਲਾ ਚਲਾਣਾ, ਖੰਡੇ ਦਾ ਵਾਰ, ਗੋਲੀ ਚਲਾਣਾ ਸਿੱਖਣਾ, ਭਾਵ ਘੁੜਸਵਾਰੀ, ਤੀਰਅੰਦਾਜ਼ੀ, ਚੜ੍ਹਦੀ ਜਵਾਨੀ ਸੀ। ਸਾਰੀਆਂ ਸ਼ਸਤਰ ਵਿਦਿਆ ਸਿੱਖੀਆਂ। ਖਾਲੀ ਸ਼ਸਤਰ ਵਿਦਿਆ ਹੀ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸ਼ਾਸਤਰ ਵਿਦਿਆ ਵੀ ਸਿੱਖੀ। ਗੁਰਬਾਣੀ ਦਾ ਅਧਿਐਨ ਕੀਤਾ। ਉਹ ਨੇਤ ਪਰਮੇਸ਼ਰ ਦੀ ਉਸ ਸਥਾਨ ਤੇ ਅਤੀ ਸਤਿਕਾਰਯੋਗ ਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੀ ਆਏ ਸਨ। ਉਸ ਵੇਲੇ ਇਹਨਾਂ ਦੋਨਾਂ ਗੁਰਮੁਖਾਂ ਦੀ ਕਾਫੀ ਮਿੱਤਰਤਾ ਵੀ ਹੋ ਗਈ। ਬਾਬਾ ਦੀਪ ਸਿੰਘ ਜੀ ਅੰਮ੍ਰਿਤ ਵੇਲੇ ਜਾਗਦੇ
ਭਜਨ ਬੰਦਗੀ ਕਰਦੇ, ਨਾਮ ਦਾ ਅਭਿਆਸ ਕਰਦੇ। ਹਰ ਇੱਕ ਵਾਸਤੇ, ਇੱਕ ਸਿੱਖ ਵਾਸਤੇ ਜ਼ਰੂਰੀ ਹੈ ਕਿ ਸਵੇਰੇ ਉੱਠ ਕੇ ਉਹ ਨਾਮ ਦਾ ਅਭਿਆਸ ਜ਼ਰੂਰ ਕਰੇ, ਨਾਮ ਦਾ ਅਭਿਆਸੀ ਬਣੇ। ਤੇ ਨਾਮ ਅਭਿਆਸ ਕਰਨਾ, ਸੰਗਤ ਵੀ ਕਰਨੀ, ਲੰਗਰ ਵੀ ਦੀ ਸੇਵਾ ਕਰਨੀ, ਦੇਖੋ ਕਿਤਨੀ ਬਖਸ਼ਿਸ਼। ਔਰ ਉਸ ਤੋਂ ਬਾਅਦ ਸ਼ਸਤਰ ਵਿਦਿਆ ਵੀ ਸਿੱਖਣੀ। ਕਾਫੀ ਸਮਾਂ ਬੀਤਦਾ ਗਿਆ। ਸਨ 1703 ਦੇ ਵਿੱਚ ਪਿਤਾ ਜੀ ਭਗਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ ਤੇ ਪੁੱਤਰ ਦਾ ਜਲਾਲ ਰੂਪ ਦੇਖ ਕੇ ਬਾਬਾ ਦੀਪ ਸਿੰਘ ਜੀ ਦਾ ਦੰਗ ਰਹਿ ਗਏ। ਜਦੋਂ ਗਏ ਸਨ ਉਸ ਤਰ੍ਹਾਂ ਰੂਪ ਕੁਝ ਹੋਰ ਸੀ, ਪਰ ਜਦ ਪਿਤਾ ਸ਼੍ਰੀ ਲੈਣ ਆਏ ਕੁਝ ਸਮੇਂ ਬਾਅਦ ਪੂਰੇ ਸ਼ਸਤਰਧਾਰੀ, ਦੁਮਾਲਾ ਸਜਾਇਆ ਹੋਇਆ, ਇੱਕ ਵੱਖਰਾ ਹੀ ਰੂਪ ਜੋ ਰੂਹਾਨੀਅਤ ਦਾ ਰੂਪ ਚੜ੍ਹਿਆ ਹੋਇਆ ਸੀ। ਆਪਣੇ ਪੁੱਤਰ ਦੀ ਇਹ ਰੂਪ ਦੇਖ ਕੇ ਭਗਤਾ ਜੀ ਬੜੇ ਖੁਸ਼ ਹੋਏ ਤੇ ਗੁਰੂ ਸਾਹਿਬ ਕੋਲੋਂ ਆਗਿਆ ਲੈਣ ਲੱਗੇ ਕਿ ਅਸੀਂ ਇਸ ਨੂੰ ਘਰ ਲੈ ਕੇ ਜਾਣਾ ਹੈ। ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਬਾਬਾ ਦੀਪ ਸਿੰਘ ਜੀ ਨੂੰ ਪ੍ਰਚਾਰ ਕਰਨ ਵਾਸਤੇ ਕਿਹਾ ਕਿ ਜਿੱਥੇ ਵੀ ਜਾ ਰਹੇ ਹੋ ਉਸ ਪਿੰਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ ਔਰ ਬਿਲਕੁਲ ਪਰਪੱਕ ਹੋ ਕੇ ਸ਼ਸਤਰ ਵਿਦਿਆ ਵੀ ਸਿਖਾਣੀ ਹੈ, ਅੰਮ੍ਰਿਤ ਵੇਲੇ ਦਾ ਅਭਿਆਸ ਵੀ ਸੰਗਤ ਨੂੰ ਸਿਖਾਉਣਾ ਹੈ। ਸੋ ਇੱਕ ਪ੍ਰਚਾਰਕ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਦਾਈ ਕੀਤੀ। ਸਮਾਂ ਸੀ 1704 ਦਾ, ਜਦੋਂ ਅਨੰਦਪੁਰ ਵਿਖੇ ਘੇਰਾ ਪੈ ਗਿਆ। ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਜਿਹੜੀ ਸਕੀਮ ਬਣਾਈ, ਉਹ ਆਪ ਇਸ ਇਤਿਹਾਸ ਨੂੰ ਆਪ ਜਾਣੂ ਹੋ। ਮਹਾਰਾਜ ਨੂੰ ਉਹਨਾਂ ਦਾ ਫਿਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਫਿਰ ਸਰਸਾ ਨਦੀ, ਉਹ ਇਤਿਹਾਸ, ਫਿਰ ਮਾਛੀਵਾੜੇ ਦਾ ਇਤਿਹਾਸ, ਚਮਕੌਰ ਦਾ ਇਤਿਹਾਸ, ਜਿਹਦੇ ਵਿੱਚ 3 ਪਿਆਰੇ ਸ਼ਹੀਦ ਹੋਣਾ, 2 ਵੱਡੇ ਸਾਹਿਬਜ਼ਾਦੇ, ਇੱਧਰ ਸਰਹੰਦਵਾਲ ਸ਼ਹੀਦ ਹੋਣੇ ਛੋਟੇ ਸਾਹਿਬਜ਼ਾਦੇ। ਭਾਵ ਇਹ ਸਾਰਾ ਇਤਿਹਾਸ ਵਿਚਰ ਰਿਹਾ ਸੀ। ਮਹਾਰਾਜ ਅਖੀਰ ਵਿੱਚ ਦਮਦਮਾ ਸਾਹਿਬ, ਜਿੱਥੇ ਮਹਾਰਾਜ ਕਹਿੰਦੇ ਦਮ ਲਿਆ, ਉਸ ਪਾਵਨ ਧਰਤੀ ਤੇ ਪਹੁੰਚ ਕੇ ਗੁਰੂ ਸਾਹਿਬ ਨੇ ਇੱਕ ਕੇਂਦਰ ਬਣਾਇਆ ਤੇ ਜਿਹੜੇ ਭਾਈ ਮਨੀ ਸਿੰਘ ਸਨ, ਜਦੋਂ ਸਰਸਾ ਨਦੀ ਤੋਂ ਵਿਛੋੜਾ ਪਿਆ, ਪਰਿਵਾਰ ਵਿਛੋੜਾ, ਜਿੱਥੇ ਗੁਰਦੁਆਰਾ ਹੈ, ਉੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦਾਦੀ ਜੀ ਦੇ ਨਾਲ ਵੱਖਰੇ ਹੋ ਗਏ। ਇੱਧਰ ਗੁਰੂ ਕੇ ਵੱਡੇ ਲਾਲ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਿਆਰੇ ਤੇ ਹੋਰ ਸੰਗਤਾਂ ਇੱਧਰ ਚਮਕੌਰ ਵੱਲ ਨਿਕਲ ਗਈਆਂ। ਪਰ ਮਨੀ ਸਿੰਘ ਬਾਬਾ ਜੀ ਦੀ ਡਿਊਟੀ ਲਗਾਈ ਕਿ ਦੋਨੋਂ ਮਹਿਲ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਉਹ ਦਿੱਲੀ ਲੈ ਕੇ ਆ ਗਏ। ਪਰ ਜਦੋਂ ਮਹਾਰਾਜ ਦਮਦਮਾ ਸਾਹਿਬ ਪਹੁੰਚੇ ਤੇ ਇੱਕ ਸੰਦੇਸ਼ ਪੱਤਰ ਭੇਜਿਆ ਕਿ ਤੁਹਾਡੀ ਇੱਥੇ ਲੋੜ ਹੈ, ਤੁਸੀਂ ਦਮਦਮਾ ਸਾਹਿਬ ਆਓ। ਤੇ ਇੱਧਰ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਯਾਦ ਕੀਤਾ ਕਿ ਆਓ, ਤੁਹਾਡੀ ਇੱਥੇ ਲੋੜ ਹੈ। ਦੇਖੋ, ਗੁਰੂ ਸਾਹਿਬ ਨੇ ਫਿਰ ਦੋਨਾਂ ਨੂੰ ਬੁਲਾਇਆ ਗਿਆ। ਬੜੇ ਤਪਸਵੀ ਜਪ ਤਪ ਸੀ, ਪੂਰਨ ਭਰੋਸਾ ਵਿਸ਼ਵਾਸ। ਉਸ ਵੇਲੇ ਗੁਰੂ ਮਹਾਰਾਜ ਨੇ ਧੀਰ ਮੱਲੀਆਂ ਕੋਲ, ਜਦੋਂ ਮਹਾਰਾਜ ਨੂੰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ, ਉਸ ਟਾਈਮ ਗੁਰੂ ਗ੍ਰੰਥ ਸਾਹਿਬ ਨਹੀਂ ਸੀ, ਗ੍ਰੰਥ ਸਾਹਿਬ ਆਦਿ ਗ੍ਰੰਥ ਜੋ ਧੀਰ ਮੱਲੀਆਂ ਕੋਲ ਹੈ, ਮਹਾਰਾਜ ਨੇ ਸਿੱਖ ਭੇਜ ਕੇ ਉਹਨਾਂ ਕੋਲ ਮੰਗਵਾਣਾ ਕੀਤਾ ਕਿ ਅਦਬ ਨਾਲ ਲੈ ਕੇ ਆਓ। ਪਰ ਧੀਰ ਮੱਲੀਆ ਬਹੁਤ
ਕਬੋਲ ਬੋਲੇ, ਕਹਿਣ ਲੱਗੇ ਜੇ ਗੁਰੂ ਐਸੇ ਹਨ ਤੇ ਆਪ ਬਾਣੀ ਉਚਾਰ ਨਹੀਂ ਸਕਦੇ, ਤੁਹਾਨੂੰ ਲੋੜ ਪੈ ਗਈ ਹੈ ਗ੍ਰੰਥ ਦੀ। ਜਦ ਇਹ ਬਚਨ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਂਝ ਕੀਤੇ, ਦੇਖੋ ਕਈ ਵਾਰੀ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ ਕਿ ਗੁਰੂ ਸਮਰੱਥ ਨਹੀਂ ਹੈ। ਕਈ ਵਾਰੀ ਹੋ ਜਾਂਦਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਤੁਸੀਂ ਇਹ ਨਾ ਸੋਚੋ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ। ਜੋਤ ਊਹਾਂ ਜੁਗਤ ਸਾਏ ਸੇ ਕਾਇਆ ਫੇਰ ਪਲਟੀਏ। ਹੈ ਤੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੀ ਸੀ, ਲੇਕਿਨ ਉਹ ਭੋਲਿਆਂ ਨੂੰ, ਬੇਸਮਝ ਨੂੰ ਨਹੀਂ ਪਤਾ, ਜਿਹੜੇ ਇਸ ਕਾਮਲ ਗੁਰੂ ਦੀ ਪਹਿਚਾਣ ਨਹੀਂ ਕਰ ਪਾਏ। ਉਸ ਵੇਲੇ ਫਿਰ ਬਾਬਾ ਦੀਪ ਸਿੰਘ ਤੇ ਬਾਬਾ ਮਣੀ ਸਿੰਘ ਜੀ ਪਾਸੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਪਾਵਨ ਪਵਿੱਤਰ ਧਰਤੀ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਈ ਮਨੀ ਸਿੰਘ ਜੀ ਦੇ ਕਰ ਕਮਲਾਂ ਤੋਂ ਇਹਦਾ ਲਿਖਾਣਾ ਸ਼ੁਰੂ ਕੀਤਾ। ਸਹਾਇਕ ਬਣੇ ਬਾਬਾ ਦੀਪ ਸਿੰਘ ਜੀ, ਜੋ ਬਾਬਾ ਦੀਪ ਸਿੰਘ ਜੀ ਜਿਹਦੇ ਵਿੱਚ ਮੈਂ ਕਹਾਂ ਕਲਮ, ਸ਼ਾਹੀ, ਦੁਆਤ, ਇਹ ਸਾਰੀ ਸੇਵਾ ਬਾਬਾ ਦੀਪ ਸਿੰਘ ਨੇ ਨਾਲ ਕੀਤੀ। ਔਰ ਜਿਹੜੀ ਕਲਮ ਦੇ ਨਾਲ ਲਿਖਦੇ ਸਨ, ਟੁੱਟਣ ਤੋਂ ਬਾਅਦ ਉਸਨੂੰ ਦੁਬਾਰਾ ਨਹੀਂ ਘੜੀ ਜਾਂਦੀ ਸੀ। ਭਾਵ ਬੜੇ ਪਿਆਰ ਦੇ ਨਾਲ, ਬੜੀ ਸੁਚਤਮ ਪਵਿੱਤਰਤਾ ਦੇ ਨਾਲ ਗ੍ਰੰਥ ਸਾਹਿਬ ਜਿਵੇਂ ਜਿਵੇਂ ਮਹਾਰਾਜ ਨੇ, ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਇਆ ਸੀ, ਇਹਦੇ ਵਿੱਚ ਕੁਝ ਐਡੀਸ਼ਨ, ਭਾਵ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਜੈ ਜੈਵੰਤੀ ਰਾਗ ਤੇ ਗੁਰੂ ਸਾਹਿਬ ਦੀ ਹੋਰ ਬਾਣੀ ਨੂੰ ਇਸ ਦੇ ਵਿੱਚ ਐਡ ਕੀਤਾ ਗਿਆ। ਔਰ ਰੂਬਰੂ ਬਿਲਕੁਲ ਉਵੇਂ ਹੀ ਬਾਣੀ, ਇੱਕ ਇੱਕ ਅੱਖਰ ਕੋਈ ਇੱਧਰ ਨਹੀਂ ਉੱਧਰ ਨਹੀਂ, ਮਹਾਰਾਜ ਨੇ ਇਹਨਾਂ ਪਾਸੋਂ ਸੇਵਾ ਲਈ। ਕਈ ਵਾਰੀ ਮਨ ਵਿੱਚ ਆਉਂਦਾ ਹੈ ਕਿ ਕਿਸ ਤਰ੍ਹਾਂ ਮਹਾਰਾਜ ਨੇ ਦੇਖੋ ਬਿਲਕੁਲ ਉਵੇਂ ਹੀ ਉਤਾਰਾ ਕਰਵਾ ਦਿੱਤਾ। ਇਹ ਤੇ ਗੁਰੂ ਸਾਹਿਬ ਨੇ ਨਾ। ਮੈਂ ਨਾ ਇਤਿਹਾਸ ਪੜ੍ਹ ਰਿਹਾ ਸੀ, ਕਾਹਨ ਸਿੰਘ ਨਾਭਾ ਹੋਏ ਨੇ, ਮਾਨਕੋਸ਼ ਜਿਨ੍ਹਾਂ ਨੇ ਲਿਖਿਆ, ਉਹਨਾਂ ਦੇ ਪਿਤਾ ਹੋਏ ਨੇ ਬਾਬਾ ਨਾਰਾਇਣ ਸਿੰਘ। ਕੁਝ ਹੀ ਸਮਾਂ ਹੋਇਆ, ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ। ਮੈਂ ਉਹਨਾਂ ਦਾ ਇਤਿਹਾਸ ਪੜ੍ਹ ਰਿਹਾ ਸੀ ਕਿ ਬਾਬਾ ਨਾਰਾਇਣ ਸਿੰਘ ਨੂੰ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਪੂਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਸੀਂ ਸਾਰਾ ਦਿਨ ਗੁਰਬਾਣੀ ਪੜ੍ਹੋਗੇ ਨਾ, ਜੇ ਗੁਰਬਾਣੀ ਦੀ ਗੱਲ ਕਰੋਗੇ, ਤੁਸੀਂ ਗੁਰਬਾਣੀ ਦਾ ਰੂਪ ਹੋ ਜਾਓਗੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਮਹਾਰਾਜ ਕਹਿੰਦੇ ਨੇ ਉਹ ਸਤ ਦਾ ਸਰੂਪ ਹੈ ਤੇ ਅਸੀਂ ਗੁਰਬਾਣੀ ਬਣਨਾ ਹੈ। ਦੇਖੋ ਕਿਤਨਾ ਪਿਆਰ। ਜੇ ਇੱਕ ਗੁਰੂ ਦਾ ਲਾਡਲਾ ਸਿੱਖ ਬਾਣੀ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਕੰਠ ਕਰ ਸਕਦਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਵਿੱਤਰ ਬਾਣੀ ਨੂੰ, ਜਿਹੜੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਨਿਮਕ ਨਾ ਗੁਰ ਨਿਮਕ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਐਸੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ। ਕਿਉਂਕਿ ਜਿਹੜੀ ਬਾਣੀ ਹੈ ਨਾ, ਗੁਰੂ ਹੀ ਤੇ ਹੈ। ਤੇ ਜਿਸ ਗੁਰੂ ਨੂੰ ਬਾਣੀ ਉਚਾਰਨੀ ਹੋਵੇ, ਉਹਨੂੰ ਫਿਰ ਕਾਹਦੀ ਪਰੇਸ਼ਾਨੀ? ਇਹ ਕਦੀ ਵੀ ਮਨ ਵਿੱਚ ਨਾ ਲਿਆਈਏ ਕਿ ਗੁਰੂ ਸਾਹਿਬ ਕਿਵੇਂ ਬਾਣੀ ਉਚਾਰ ਨਹੀਂ ਸਕਦੇ। ਸੋ ਮੈਂ ਜ਼ਿਕਰ ਕਰ ਰਿਹਾ ਸੀ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕੀਤਾ। ਲਿਖਾਰੀ ਬਣੇ ਭਾਈ ਗੁਰਦਾਸ ਜੀ, ਵਾਹਿਗੁਰੂ ਭਾਈ ਮਣੀ ਸਿੰਘ ਜੀ, ਤੇ ਨਾਲ ਸਹਾਇਕ ਸੇਵਾ ਕੀਤੀ ਕਲਮ ਦੀ, ਦਵਾਤ ਸ਼ਾਹੀ ਦੀ
बाबा दीप सिंह जी ने। संपूर्णता हुई, गुरु साहब ने जपजी साहब का पाठ करके अरदास की उत्थे। उदों गुरु ग्रंथ साहब नहीं सन। अरदास करके गुरु साहब ने फिर हुक्मनामा भी लिया उस स्थान ते। हुक्मनामा केड़ा आया? टोडी महला पंजवां। इत्थे टोडी महला नहीं कहना, टोडी महला पंजवां। थोड़ा जिहा रुक के, क्योंकि राग टोडी है ते महल शरीर भाव पंजवें पातशाह वालों। असीं कहते हैं टोडी महला, नहीं, ये गल नहीं बनती। टोडी महला पंजवां, हल्का जिहा विश्राम। ये हर एक जिथे भी गुरबाणी का शब्द आए ना, सारंग महला पंजवां, तनासरी महला पहला। सीधा स्पष्ट हो जाएगा कि जे तनासरी महला पहला बोलांगे तो फिर साध संगत वो ठहराव विच सानू आप ही बाणी समझ नहीं आएगी। कई गल्लां हुंदियां ने, जे सामने आ जाओ तो उन्हें क्लीयर कर लेनी चाहिए ने। टोडी महला पंजवां, सतगुर आयो शरण तुहारी, मिले सूख नाम हर शोभा, चिंता लाए हमारी। अवर न सूझे दूजी ठार, हार परयो तोय द्वारी, लेखा छोड़ अलेखे छूटे हम निर्गुण लियो बारी। साध बख्शिंद सदा मेहरबाना, सबना दे आधारी, नानक दास संत पाछे परयो, राख लियो ये बारी। ये हुक्मनामा आया उस वेले। महाराज ने उत्थे पहली बारी ग्रंथ साहब दे अर्थ कीते ने, और ਜਿਹੜੀਆਂ संगतां ने उत्ते सुनिया होएगा कितनियां भागां वालियां होणगियां। इमेजिन करो, गुरु गोबिंद सिंह महाराज गुरु ग्रंथ साहब दे अर्थ कर रहे होण, क्योंकि इतिहास विच आया कि ग्रंथ साहब महाराज ने अखंड पाठ साहब जदों उत्थे कीता ना, एक वारी ते दमदमा साहब महाराज ने पूरा सरवण कीता, ते एक अखीरले समय नांदेड़ सचखंड अबचल नगर विखे जिथे महाराज ने ज्योति जोत समाना सी, 2 दिन पहला जिथे महाराज ने इस अखंड पाठ साहब नूं पूरा सरवण किया, पिछे तंबू विच खड़े होके 48 घंटे लगे। वाइट दमाला चिट्टा बाणा पा के गुरु साहब ने 2 वारी गुरु ग्रंथ साहब महाराज का अखंड पाठ साहब की महाराज ने सरवण किया। ते इत्थे महाराज ने अरदास की ते यह हुक्मनामा आया, ते फिर अर्थ कीते। अर्थ करन तो बाद गुरु साहब ने संगतां नूं उपदेश दिते। उपदेश देंदियां देंदियां सतगुरु ने फिर कहन लगे कि प्यारीए संगतां नूं कहन लगे कि हुण साडा इत्थों जाण दा समा आ गया है। देखो, गुरु गोबिंद सिंह महाराज इतिहास पढ़ लो, जिथे भी गए ने महाराज परत के वापस उत्थे नहीं आए। जे पटना साहब महाराज का प्रकाश होया है ते बाल अवस्था महाराज की उत्थे बतीत हुई है, ते उथों फिर जदों गए ने पटना साहब ते वापस पटना साहब नहीं आए। जे महाराज आनंदपुर साहब जाते ने, उत्थे दियां रौनकां दा आनंद माणदे ने, उत्थों फिर वापस नहीं आए दोबारा। जे पौंटा साहब गए ने, उत्थे फिर गए वापस दोबारा नहीं महाराज गए। चमकोट की गढ़ी लै लो, सरसा लै लो, आलमगीर लै लो, राय कला लै लो, माछीवाड़ा का जंगल, दमदमा साहब, दिल्ली, ईवन हजूर साहब तो बाद फिर महाराज ज्योति जोत समा गए। हुण महाराज दमदमा साहब तो सिखां कोलों आग्या मंग रहे हैं कि असी हुण साडा समा आ गया, असी दखण नूं जाना है। ते भाई मणि सिंह ते बाबा दीप सिंह जी हाथ जोड़ के खड़े हो गए, कहन लगे धन गुरु गोबिंद सिंह महाराज, तुसी सानू छोड़ के जा रहे हो। बाबा मणि सिंह जी कहते ने, मनु मेरे ते सीस ते हाथ रखो, मेरी
ਸਿੱਖੀ ਸਵਾਸਾਂ ਸੰਗ ਨਿਭ ਜਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਖਸ਼ਿਸ਼ ਭਰਿਆ ਹੱਥ ਰੱਖਿਆ, ਕਿਹਾ ਬਾਬਾ ਮਨੀ ਸਿੰਘ ਜੀ ਨੂੰ, ਮਨੀ ਸਿੰਘ ਜੀ ਤੁਹਾਡਾ ਸਮਾਂ ਵੀ ਆਏਗਾ, ਤੁਹਾਡੇ ਭਾਵੇਂ ਬੰਦ ਵੀ ਕਿਸੇ ਦੇ ਕੱਟੇ ਜਾਣ ਨਾ, ਪਰ ਤੁਸੀਂ ਸਿੱਖੀ ਤੋਂ ਕਦੀ ਡੋਲੋਗੇ ਨਹੀਂ। ਅਸੀਂ ਤੇ ਚਿਹਰੇ ਦੀ ਸੁੰਦਰਤਾ ਵਾਸਤੇ ਸਿੱਖੀ ਤੋਂ ਖਾਰਜ ਹੋ ਜਾਂਦੇ ਹਾਂ। ਮੈਂ ਇੱਕ ਗੱਲ ਕਹਿ ਦਾਂ, ਮਹਾਰਾਜ ਨੇ ਕੇਸਗੜ੍ਹ ਸਾਹਿਬ ਤਾਂ ਹੀ ਰੱਖਿਆ ਸੀ ਨਾਮ ਕਿ ਮਹਾਰਾਜ ਨੂੰ ਕੇਸਾਂ ਨਾਲ ਬਹੁਤ ਪਿਆਰ ਸੀ। ਜਦੋਂ ਅਸੀਂ ਕੇਸਾਂ ਨਾਲ ਛੇੜਾਖਾਨੀ ਕਰਨੇ ਆ ਨਾ, ਹੋਰ ਕਿਸੇ ਨੂੰ ਦੁੱਖ ਹੋਵੇ ਨਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ। ਕੇਸ ਨਾਲ ਗੁਰੂ ਦੀ ਮੋਹਰ ਹੈ। ਜਿਸ ਤਰ੍ਹਾਂ ਇੱਕ ਐਪਲੀਕੇਸ਼ਨ ਕਿਸੇ ਮਨਿਸਟਰ ਕੋਲ ਲਿਖਵਾਉਣੀ ਹੋਵੇ ਤੇ ਲੈ ਕੇ ਜਾਓ ਤੇ ਉਹਦੀ ਵੈਲਿਊ ਤਾਂ ਪੈਂਦੀ ਹੈ ਜੇ ਉੱਤੇ ਸਟੈਂਪ ਲੱਗੀ ਹੋਵੇ। ਜੇ ਪ੍ਰਾਈਮ ਮਿਨਿਸਟਰ ਦੀ ਜਾਂ ਚੀਫ ਮਿਨਿਸਟਰ ਦੀ ਜਾਂ ਕਿਸੇ MLA ਦੀ ਅਸੀਂ ਸਟੈਂਪ ਲਗਵਾ ਲਈਏ, ਫਿਰ ਉਸ ਕਾਗਜ਼ ਦੀ, ਉਸ ਐਪਲੀਕੇਸ਼ਨ ਦੀ ਵੈਲਿਊ ਵੱਧ ਜਾਂਦੀ ਹੈ। ਤੁਸੀਂ ਸਰਟੀਫਿਕੇਟ ਹੀ ਲੈ ਲਓ 10ਵੀਂ ਦਾ, 12ਵੀਂ ਦਾ, ਗ੍ਰੈਜੂਏਸ਼ਨ ਦਾ, ਉਹਦੀ ਵੈਲਿਊ ਤਾਂ ਹੈ ਉਹਦੇ ਉੱਤੇ ਬੋਰਡ ਦੀ ਸਟੈਂਪ ਲੱਗੀ ਹੋਈ ਹੈ। ਮੈਂ ਕਹਿਣ ਤੋਂ ਮੁਰਾਦ ਇਹ ਵੇ ਕਿ ਪਰਮਾਤਮਾ ਦੀ ਦਰਗਾਹ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜੇ ਗੁਰੂ ਦੇ ਕੇਸਾਂ ਦੀ ਮੋਹਰ, ਭਾਵ ਜੇ ਕੇਸਾ ਧਾਰੀ ਰਹਿ ਕੇ ਤੂੰ ਜਾਏਂਗਾ। ਕੇਸ ਕੁਤਰਨੇ, ਕੱਟਣੇ, ਰੰਗਣੇ ਇੱਕੋ ਹੀ ਗੱਲ ਹੈ। ਮੈਨੂੰ ਖਿਮਾ ਕਰ ਦੇਣਾ, ਕੋਈ ਰੰਗਦਾ ਵੀ ਹੋਵੇ, ਕੋਈ ਕੁਤਰਦਾ ਵੀ ਹੋਵੇ, ਕੋਈ ਕੱਟਦਾ ਵੀ ਹੋਵੇ, ਸਮਝ ਲਓ ਪੱਤਤੀ ਹੀ ਹੈ। ਭਾਵੇਂ ਮੈਂ ਹੀ ਹਾਂ ਜਾਂ ਮੇਰੇ ਘਰ ਦੇ ਨੇ ਜਾਂ ਕੋਈ ਵੀ ਹੈ। ਤੋ ਇਹ ਦਾਤ ਮੰਗੀ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ। ਮਹਾਰਾਜ ਕਹਿੰਦੇ ਨੇ ਭਾਵੇਂ ਤੁਹਾਡਾ ਬੰਦ ਵੀ ਕੱਟਿਆ ਜਾਏਗਾ ਨਾ, ਤੇ ਤਾਂ ਵੀ ਤੁਹਾਡੇ ਨਾਲ ਗੁਰੂ ਅੰਗ ਸੰਗ ਰਹੇਗਾ। ਐਸੀ ਦਾਤ ਸਾਨੂੰ ਪਤਾ ਹੋਵੇ ਕਿ ਗੁਰੂ ਸਾਹਿਬ ਜਾ ਰਹੇ ਨੇ ਤੇ ਅਸੀਂ ਤੇ ਮਾਇਆ ਧਨ ਮੰਗਾਂਗੇ, ਸੁੱਖ ਚੈਨ ਮੰਗਾਂਗੇ, ਪਰ ਐਸੀ ਗੱਲ ਬਾਬਾ ਮਨੀ ਸਿੰਘ ਜੀ ਨੇ ਨਹੀਂ ਮੰਗੀ। 95 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਦੇਖੋ, ਇਹਨਾਂ ਦੀ ਗੁਰੂ ਹਰਿਰਾਏ ਸਾਹਿਬ ਤੋਂ ਸੇਵਾ ਕਰ ਰਹੇ ਸਨ, ਔਰ 95 ਸਾਲ ਦੀ ਉਮਰ ਵਿੱਚ ਇਹਨਾਂ ਦੇ ਬੰਦ ਕਟਾਏ ਗਏ। ਅੱਜ ਹਰ ਕੋਈ ਸਿੱਖ ਜਦੋਂ ਵੀ ਕੋਈ ਅਰਦਾਸ ਕਰਦਾ ਹੈ ਨਾ, ਕਿੱਥੇ ਵੀ ਕੋਈ ਅਰਦਾਸ ਕਰਦਾ ਹੈ, ਬਾਬਾ ਮਨੀ ਸਿੰਘ ਨੂੰ ਅੱਜ ਵੀ ਹਰ ਕੋਈ ਸਿੱਖ ਯਾਦ ਕਰ ਰਿਹਾ ਹੈ। ਭਾਵੇਂ ਬੰਦ ਵੀ ਕੱਟੇ ਗਏ ਨਾ, ਉਹਨਾਂ ਨੇ ਕਿਹਾ ਸੀ ਜੇ ਸਿੱਖੀ ਤੋਂ ਖਾਰਜ ਹੋ ਜਾਓ ਤੇ ਕੋਈ ਗੱਲ ਹੀ ਨਹੀਂ, ਤੁਹਾਡੇ ਕੋਲ ਬੜਾ ਕੁਛ ਹੈ, ਤੁਹਾਨੂੰ ਬੜੀਆਂ ਜਾਇਦਾਦਾਂ ਬਹੁਤ ਕੁਛ ਦੇ ਦਾਂਗੇ, ਪਰ ਬੰਦ ਕਟਵਾਣਾ ਮਨਜ਼ੂਰ ਹੋ ਗਏ, ਪਰ ਸਿੱਖੀ ਤੋਂ ਨਹੀਂ ਡੋਲੇ। ਚੱਲਣ ਲੱਗੇ ਬਾਬਾ ਦੀਪ ਸਿੰਘ ਜੀ ਨੇ ਸੀਸ ਝੁਕਾ ਲਿਆ, ਮਹਾਰਾਜ ਕੋਈ ਬਖਸ਼ਿਸ਼ ਸਾਡੇ ਤੇ ਵੀ ਕਰ ਦਿਓ। ਮਹਾਰਾਜ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਬੜੀ ਬਖਸ਼ਿਸ਼ ਹੈ, ਬਸ ਇੱਕ ਗੱਲ ਯਾਦ ਰੱਖਣਾ, ਤੁਸੀਂ ਦਮਦਮਾ ਸਾਹਿਬ ਰਹਿਣਾ ਹੈ ਔਰ ਇੱਥੇ ਸੇਵਾ ਕਰਨੀ ਹੈ। ਗੁਰੂ ਦੇ ਲਾਡਲੇ ਬੱਚਿਆਂ ਨੂੰ, ਸਿੱਖਾਂ ਨੂੰ ਤੁਸੀਂ ਗੁਰਬਾਣੀ ਦੇ ਅਰਥ ਕਰਾਣੇ ਨੇ, ਸੰਥਿਆ ਕਰਾਣੀ ਹੈ। ਇਹ ਜਿਹੜੀ ਦਮਦਮੀ ਟਕਸਾਲ ਹੈ ਨਾ, ਇਹਦੀ ਸਥਾਪਨਾ ਬਾਬਾ ਦੀਪ ਸਿੰਘ ਨੇ ਕੀਤੀ ਹੈ, ਜਿਨ੍ਹਾਂ ਦਾ ਅੱਜ ਦਿਹਾੜਾ ਮਨਾ ਰਹੇ ਆ ਨਾ। ਇਹ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਹੋਏ ਨੇ, ਹੁਣ 12ਵੇਂ 13ਵੇਂ ਚੱਲ ਰਹੇ ਨੇ, ਜਿੱਥੋਂ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ, ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਰਾਮ ਸਿੰਘ ਜੀ ਬੈਠੇ ਨੇ। ਜੋ ਪਹਿਲੇ ਮੁਖੀ ਜਿਹੜੇ ਹੋਏ ਨੇ ਦਮਦਮੀ ਟਕਸਾਲ ਦੇ, ਇਹ ਸੰਥਿਆ ਉੱਥੇ ਦਿੰਦੇ ਸਨ, ਤੇ ਇਹਨਾਂ ਨੇ, ਇਹ ਟਕਸਾਲ ਮੀਨਸ ਹੁੰਦਾ ਹੈ ਪਾਠਸ਼ਾਲਾ,
सतगुरु सत संगत टकसाल है जिथे हर गुण सिखा। टकसाल तो भाव वैसे टकसाल हुंदी है या सोना घड़िया जाता है, पर इत्थे सिख दी सुरत घड़ी जाती है। तिथे घड़ीए सुरत मत मन बुद्ध। इत्थे मत भी, मन भी, बुद्ध भी, सुरत भी इस टकसाल विच घड़ी जाती है। भाव इत्थे गुरबाणी की संथ्या होंदी है, गुरबाणी विचार होंदी है, नाम सिमरन हुंदा है, नाम अभ्यास हुंदा है, जिस करके उहदी हरि दे गुण सिखे जाते हैं। सो इत्थे बाबा दीप सिंह जी ने, महाराज ने कहा जी 7 वचन। महाराज ने कहा तुहाडी रसना ते रब बैठेगा, तुहाडा कोई वचन खाली नहीं जाएगा, भावें तुहाडा सीस भी धड़ तो अलग हो जाए। एक इशारा सी। बाबा जी कह के दखन वाल चले गए। समा ऐसा आ गया कि उधरों बाबा बंदा सिंह बहादुर नूं महाराज ने सरहंद फतेह करने वास्ते भेज दिता। आप महाराज ज्योति जोत समा गए। बंदा सिंह बहादुर ने इधरों बाबा दीप सिंह जी नूं जिहड़े जप तप कर रहे सन, उथों मैसेज आया कि तुसी सरहंद पहुंचना है, जिथे वजीद खान भाव सरहंद दे सूबे नाल जंग करनी है ते छोटे लालां दा, साहबजादियां दा असी बदला लेना है। उस वेले बाबा दीप सिंह जी सरहंद पहुंचे। इधरों फौज दे नाल बाबा बंदा सिंह बहादुर पहुंचे। घमासान युद्ध होया। उस युद्ध विच फतेह हुई सिंघां दी, ते बाबा दीप सिंह जी दा ने बहुत वड्डा रोल सी जित कराउण विच। भावें अगे चल के बाबा बंदा सिंह बहादुर शहीद भी हो गए, पर एक खिताब मिलिया पंथ वालों बाबा दीप सिंह नूं, वो सी जिंदा शहीद। सो ऐसे बाबा जी नूं ये खिताब मिलिया। और जदों बाबा जी ने बचन किया कि तुसी इत्थे रहना है, साध संगत इतना जप तप किया कि इतिहास में आया है कि 11 साल अपनी जवानी ना जड़ी मेन, क्योंकि जवानी कैसी होंदी है जिहदे विच बंदा या ते भैड़े बन्ने जाता या चंगे बन्ने जाता है। बाबा दीप सिंह ने 11 साल जवानी दे उत्थे लगा के, वैसे तो काफी चिर रहे, 4 स्वरूप ग्रंथ साहब दे, जिन्होंने गुरु ग्रंथ साहब की उपाधि गुरु गोबिंद सिंह महाराज ने उत्थे दिती सी कि आग्या भई अकाल की तबै चलायो पंथ, सब सिखन को हुक्म है गुरु मान्यो ग्रंथ। उस वेले फिर गुरु साहब की बख्शी दे सदके 11 साल लगा के अपने कर कलमां दे नाल 4 स्वरूप महाराज ने, बाबा दीप सिंह जी ने हत्थी लिखे। और 4 तखत, उस टाइम 4 तखत हुंदे सन। ये 5वां तखत बाद विचों जिथे दमदमा साहब है, ये बाद विचों बने। वैसे 4 ही ने पुरातन। तुसी गुटके साहब छोटे होंदे सन 4 तखत ही होंदे सन, पर बुद्धि जीवा ने इन्होंने 5वां तखत, क्योंकि बहुत जप तप इत्थे कीता है। गुरु साहब आप दम लिया इत्थे। बड़े बीमारियां का भी इलाज लकवा हो जाए किसी नूं, चलो यह खैर होर विशा है। महाराज ने कांशी भी इनू, कांशी का भी दर्जा दिता है। जिहड़े बच्चे मंद बुद्धि दे हुंदे ने या जिन्हां दी ज्ञान नहीं हुंदा, जिहड़े पढ़ाई च वीक हुंदे ने, शरधा भावना नाल जाके उत्थे गुरमुखी लिखी जाए ते उन्हां दे विच एक सियाणप चतुरता आ जाएगी, जो रूहानियत दी आ जाएगी। उस तरह की नहीं, बेईमानी वाली नहीं। एक बुद्धि ज्ञान आ जाएगा। किसी नूं लकवा है, वो शीशा भी उत्थे।
सो महाराज ने बाबा दीप सिंह ने 4 ਸਰੂਪ लिखे। एक ਸਰੂਪ ਜਿਹੜਾ लिखिया ना वो 2 शेरशाही सोने ਦੇ ਨਾਲ 4 ਤਖਤਾਂ ਦੇ ਉੱਤੇ ਇਸ ਨੂੰ ਬਿਰਾਜਮਾਨ ਕਰਾਇਆ। ਪਹਿਲਾ ਜਿਹੜਾ ਇਹ 2 ਸ਼ੇਰ ਦਾ ਸ਼ਾਹੀ ਸੋਨੇ ਦਾ, ਇਹਨੂੰ ਅਕਾਲ ਤਖਤ ਹਰਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਅਕਾਲ ਤਖਤ ਹੈ ਉੱਥੇ ਬਿਰਾਜਮਾਨ ਕਰਾਇਆ। ਇੱਕ ਕੇਸਗੜ੍ਹ ਸਾਹਿਬ, ਦੂਜਾ ਜਿੱਥੇ ਮਹਾਰਾਜ ਦਾ ਆਗਮਨ ਹੋਇਆ ਪਟਨਾ ਸ਼ਹਿਰ ਵਿਖੇ, श्री हरमंदर साहब तखत श्री पटना साहब, ते चौथा ਸਰੂਪ अबचन नगर नांदेड़ श्री हजूर साहब विखे। ये 4 ਸਰੂਪਾਂ ਦੀ महाराज ने सेवा की है और भजन बंदगी भी रज के की। उत्थे बाणी की संथਿਆ भी संगतां नूं बच्चों नूं करांदे रहे। दमदमी टकसाल की स्थापना की, शस्त्र विद्या भी सिखांदे रहे। भाव कि अपना जीवन ही गुरु के बचनों के आश्रय अनुसार ही व्यतीत करते रहे। इधरों अबदाली काबुल तो जितदा होया जब दिल्ली पहुंचया ते उहदा पुत्र सी तैमूर। वो सारे हिंदुस्तान नूं लुटदा होया आ रहा सी, पर नेत परमेश्वर दी तैमूर अगे जदों वध रहा सी ते आला सिंह ने उन्होंने सारा कुछ लुट लिया। उहदे कोलों जो भी हिंदुस्तान दा लुटिया सी उन्होंने वापस जिन्ना जिन्ना दा सी, इत्थों तक हिंदू धर्म दियां बच्चियां जिहड़ा लैके वो जा रहा सी उस तो छुड़ाया ते उन्हां तो निजात पवाई उन्हां नूं ते उन्हां दी रखिया की हिंदू धर्म की भी। ते अबदाली ने पूछया भाई ये कौन ने जिहड़े इतने सारे मैं पूरे हिंदुस्तान नूं लुट लिया, इन्हां नूं लुटन नहीं हो रहा, ये कौन ने? ये कहंदे ने ये है ने गुरु गोबिंद सिंह महाराज दे सिख। इन्हां दे मुरशद ने आनंदपुर विखे केसगढ़ साहब विखे एक सरबलोह का भांडा तैयार करके उहदे विच जल पा के पता नहीं किहड़ियां कलमां पढ़ के इन्हां नूं ऐसी अमृत दात पवाई है कि चिड़ियों से मैं बाज लड़ाऊं, तबे गोबिंद सिंह नाम कहूं, 1.25 लाख से एक लड़ाऊं। ये इन्हां कोल इन्नी शक्ति इन्हां ने गुरु ने दिती है। ते एक इन्हां दा हरमंदर साहब है जिथे अंदर पता नहीं की बाणी पढ़ी जाती है, और जिहड़ा जांदा है उस सरोवर विच इशनान करदा है, उहदे विच पता नहीं की रूहानियत दी ताकत, इतनी आत्मक बलता आ जाती है जिहदे विच वो फिर किसे नाल भी टाकरा कर सकते हैं। भाव कि उन्हां नूं सिੱਖੀ जीवन बारे अबदाली नूं दस रहे हैं। ते अबदाली फिर जांदे जांदे अपने पुत्र तैमूर नूं लाहौर दा सूबा बना के ते कह के गया कि मेरे आउण तक इन्हां दा खात्मा होना चाहिए, हरमंदर ढा दो ते जितना सरोवर है इनू पूर कर दो, भाव की मिट्टी पा के भर दो, इन्हां दा नामो निशान मिटा लो। ये साध संगत अज उस वेले की गल नहीं है। बड़े बड़े अबदाली वर्गे आए ने, बड़िया ने सिख धर्म के उत्ते इस तरह सोचा कि इन्हां नूं बिल्कुल खत्म कर दिता जाए। 84 दे भी समा आया, हुण भी आया होया है, पर साध संगत इन्हां नूं मार मुकाण वाले आप मुक गए। इन्हां ने कितनियां शर्मनाक हरकतां कीतियां, पर सिੱਖੀ नूं ते सिख धर्म नूं ढा नहीं पा सके। उस पुत्र तैमूर ने की किया, जहान खान नूं भेजिया। हरमंदर साहब विखे जंग भी हुई,
हरमंदर ढा दिता, सरोवर पूर दिता, सिखां नूं काफ़ी नुकसान पहुंचाया ते जहान खान उत्थे दा इंचार्ज बन गया। साध संगत मेरे हिसाब नाल समा हो रहा है। चलो इस कड़ी नूं जदों हुण शहादत दा समा आना है, हुण जदों पता लग्या बाबा दीप सिंह जी नूं उस पावन धरती ते दमदमा साहिब साबो की तलवंडी पंजवां तखत जिथे बाबा दीप सिंह जी तप कर रहे सन, 75 साल दे बाबा जी हो गए सन। पर जद सिखां ने आके कहा कि हरमंदर की बेदबी अवदाली द्वारा हुई है, बाबा जी को रह नहीं गया। देखो ਜਿਹੜਾ ਤੇ गुरु ਨੂੰ प्यार करता है वो हर गल बर्दाश्त कर देगा, पर गुरु की निंदा गुरु की बेदबी बर्दाश्त नहीं कर पाएगा। वो कहेगा भावें मेरा सीस क्यों ना चला जाए तो मैं इसका बदला जरूर लावांगा। और सिख धर्म के अंदर एक शुरू तो है, कभी भी सिख रोडां दे उत्ते किसे नूं दसो किसे दी बेपत्ती कीती होवे बिना गल तो, या मंदिर लुट्टे होन तोड़े होन या मस्जिदां तोड़ियां होन, बड़ियां हिंदुआं ने मंदिर भी तोड़े होणगे, मुसलमानां ने मंदिर भी तोड़े होणगे, हिंदुआं ने सिखां दे उत्ते भी कई बारी जुल्म होए ने, यह कोई अतकथनी नहीं है। पर सिख कदी तुहानूं 550 साल गुरु नानक पातशाह की आमद तो लैके हुण तक देख लो किसे दे निहत्ते ते वार किया होवे, किसे धी भैन की इज्जत नूं या रोडां ते निकल के लुट-पाट कीती होवे, दंगे कीते होण, फसाद किया होवे, सिख तां ही निकले ने अपने हक वास्ते, या गुरु ते कदी किसे ने किंतु परंतु कीती होवे। क्योंकि ये सिख धर्म का एक मुढ़ला सिद्धांत है कि आए गए दी सब दी रिस्पैक्ट करो। जे कोई कुछ बेजाती करता है तो पहला प्यार का हथियार लगाओ, जे वो नहीं मंगता फिर उन्होंने सोधन का भी सिख एक सिपाही भी है, जिथे संत है उत्थे सिपाही भी है। बाबा दीप सिंह जी को वो खंडे वर्गी शक्ति भी सी और रूहानियत का नूर भी सी, ज्ञान भी सी, जप तप भी सी, भाषावां का भी ज्ञान सी, शस्त्र विद्या भी उन्हां कोल सी। जद पता लग्या कि हरमंदर ढा दिता ते उस तो बाद इतना को होया कि कई सिखां नूं शहीद किया गया है और उस सरोवर नूं पूर कर दिता गया है। उस वेले फिर साध संगत बाबा दीप सिंह ने अरदास सोधी, क्योंकि रसना ते रब सी। ਜਿਹੜੇ नाम ਲੈਂਦੇ ने ना गुरु साहब ते कई बारी कहते हैं हों कुर्बाने जाऊं मेहरबाना, हों कुर्बाने जाऊं तिना के लैन जो तेरा नाम, लैन जो तेरा नाम तिना के हों सद कुर्बाने जाऊं। भगत कबीर जी ते इत्थों तक कहते ने जो जन ले खसम का नाम तिन के सद बलिहारे जाऊं, सो निर्मल निर्मल हर गुण गावे, सो भाई मेरे मन भावे। जय कट राम रहा भरपूर तिन की पग पंकज हम तूर जाते, जुलाहा मत का तीर सहज सहज गुण रमै कबीर। कहते जेड़ा उहदा नाम लैंदे ने मैं उन्हां तों बलिहारे जाना, सो निर्मल निर्मल हर गुण गावे, सो भाई मेरे मन भावे। सो उत्थे अरदास सोधी गई। फिर जिहड़ा अगला इतिहास है, महाराज किरपा करन किस तरह फिर 3 अरदासां सोध के उस हरमंदर साहब की धरती अमृतसर साहब पहुँच के किस तरह युद्ध होया, किस तरह बाबा दीप सिंह की शहादत हुई, वो असीं कल दे दीवान विच सांझ करांगे। जिन्ना पास समा होवे वीर चितरंजन पाल सिंह जी वालों जो रोजाना ही सेवा हुंदी है, लिंक वीर जी आप जी पास भेज देंगे। कल 5:15 तो शामी 6 बजे तक हाज़री है, उहदे विच इस प्रसंग नूं असीं अगे तोरांगे। सो बाबा दीप सिंह जी की वो लासानी शहीदी जिन्होंने अमर शहीद भी कहा गया है, दुनिया में ऐसी शहादत किसी ने अज तक ना वेखी है, ना होनी है, ना होएगी। सो ऐसे प्यारे
और गुरु दे लाडले बाबा दीप सिंह का इतिहास असी कल पूरा सांझ करांगे। बेअंत भुल्लां गलतियां इस इतिहास नूं वाचदियां बयान करदियां होईयां ने, वो दसदियां ने बचन गुरु का जाणीए, उस इतिहास ते पहरा दईए। सो ऐसे दीन दयाल बाबा दीप सिंह जी दी चरनां नूं नमस्कार करिए। उन्हां दे जीवन विचों उस जो सिमरन भजन बंदगी दा किनका साडी झोली विच पै जाए, ताकि लोक सुखी परलोक सुहेला हो जाए। बेअंत भुल्लां गलती दी खिमा। वाहिगुरू जी का खालसा, वाहिगुरू जी की फतेह।